Morning students, ਬੇਟਾ ਆਪਾਂ ਰੋਸਟੋਜ਼ ਦੀਆਂ ਸਟੇਜਸ ਆਫ ਗੁੱਡ ਮਾਰਨਿੰਗ ਸਟੂਡੈਂਟਸ। ਸੋ ਆਪਾਂ ਰੋਸਟੋ ਦੀਆਂ ਸਟੇਜਸ ਆਫ ਇਕਨੋਮਿਕ ਗਰੋਥ ਹੈ ਜਿਹੜੀਆਂ ਉਹ ਕੀਤੀਆਂ ਸੀ ਕੱਲ੍ਹ, ਠੀਕ ਹੈ। ਉਹਦੇ 'ਚ ਆਪਾਂ 5 ਸਟੇਜਸ ਨੇ। ਦ ਟ੍ਰਡੀਸ਼ਨਲ ਸਟੇਜ, ਪ੍ਰੀ ਕੰਡੀਸ਼ਨਸ ਆਫ ਟੇਕ ਆਫ, ਇੱਥੇ ਤੱਕ ਕਰ ਲਿਆ ਸੀ। ਹੁਣ ਆਪਣੇ ਕੋਲੇ ਦ ਟੇਕ ਆਫ ਸਟੇਜ। ਟੇਕ ਆਫ ਸਟੇਜ ਹੈ, ਇਹ ਬਹੁਤ ਹੀ ਇੰਪੋਰਟੈਂਟ ਸਟੇਜ ਹੁੰਦੀ ਹੈ। ਇਸ ਸਟੇਜ ਦੇ ਵਿੱਚ ਕੋਈ ਵੀ ਇਕੋਨਮੀ ਦੂਜੀਆਂ ਕੰਟਰੀਜ਼ ਦੇ ਉੱਤੇ ਡਿਪੈਂਡੈਂਟ ਨਹੀਂ ਹੁੰਦੀ, ਉਹ ਸੈਲਫ ਸਸਟੇਨਡ ਜਾਂ ਸੈਲਫ ਡਿਪੈਂਡੈਂਟ ਹੈ ਉਹ ਹੁੰਦੀ ਹੈ। ਰੋਸਟੋ ਕਹਿੰਦਾ ਹੈ ਕਿ ਦ ਟੇਕ ਆਫ ਇਜ਼ ਦ ਇੰਟਰਵਲ, ਜਦੋਂ ਸੋਲਿਡ ਬਲੋਕਸ 'ਤੇ ਜਿਹੜੀਆਂ ਰੈਜ਼ਿਸਟੈਂਸ ਨੇ, ਉਹ ਰੈਜ਼ਿਸਟੈਂਸ ਮਤਲਬ ਜਿੰਨੀਆਂ ਵੀ ਪ੍ਰੋਬਲਮਸ ਨੇ ਉਹ ਸਾਰੀਆਂ ਖਤਮ ਹੋ ਜਾਂਦੀਆਂ ਨੇ। ਇਕਨੋਮਿਕ ਪ੍ਰੋਗਰੈਸ ਨੂੰ ਕਰਨ ਵਾਲੀਆਂ ਜਿਹੜੀਆਂ ਫੋਰਸਿਸ ਨੇ ਉਹ ਆਪਣੇ ਜਿਹੜੇ ਲਿਮਿਟਿਡ ਬਰਸਟ ਜਾਂ ਮਾਡਰਨ ਐਕਟੀਵਿਟੀਜ਼ ਨੇ ਜਿਹੜੀਆਂ ਉਹਨਾਂ ਨੂੰ ਐਕਸਪੈਂਡ ਕਰ ਲੈਂਦੀਆਂ ਨੇ ਅਤੇ ਸੋਸਾਇਟੀ ਨੂੰ ਡੋਮੀਨੇਟ ਕਰਦੀਆਂ ਨੇ। ਗਰੋਥ ਹੈ ਜਿਹੜੀ ਉਹ ਇੱਕ ਨਾਰਮਲ ਕੰਡੀਸ਼ਨ ਬਣ ਜਾਂਦੀ ਹੈ। ਇਸ ਸਟੇਜ ਦੇ ਵਿੱਚ ਜਿਹੜੀ ਇਕੋਨਮੀ ਹੈ ਵਿਦਆਊਟ ਐਕਸਟਰਨਲ ਅਸਿਸਟੈਂਸ, ਬਾਹਰਲੀ ਹੈਲਪ ਤੋਂ ਬਿਨਾਂ ਹੀ ਕੰਮ ਕਰਦੀ ਹੈ। ਨਵੀਆਂ ਇੰਡਸਟਰੀਜ਼ ਇਸਟੈਬਲਿਸ਼ ਹੁੰਦੀਆਂ ਨੇ ਜਿਹੜੀਆਂ ਕਿ ਸਰਪਲਸ ਦੇਣਾ ਸ਼ੁਰੂ ਕਰ ਦਿੰਦੀਆਂ ਨੇ। ਰੇਟ ਆਫ ਇਨਵੈਸਟਮੈਂਟ ਇੰਪਰੂਵ ਹੋ ਜਾਂਦੇ ਹਨ, ਨਵੀਆਂ ਇਨੋਵੇਸ਼ਨਸ ਹੋ ਜਾਂਦੀਆਂ ਨੇ। ਸੋਸ਼ਲ ਅਤੇ ਪੋਲੀਟੀਕਲ ਕੰਪਲੈਕਸ਼ਨ ਸੋਸਾਇਟੀ ਦਾ ਜਾਂ ਕੰਟਰੀ ਦਾ ਉਹ ਚੇਂਜ ਹੋ ਜਾਂਦਾ ਹੈ। ਸੋ ਰੋਸਟੋ ਨੇ ਟੇਬਲ ਦਿੱਤਾ ਹੈ ਕਿ ਕਿਹੜੀ ਕਿਹੜੀ ਕੰਟਰੀ ਕਦੋਂ ਕਦੋਂ ਟੇਕ ਆਫ ਸਟੇਜ ਵਿੱਚ ਚਲੀ ਗਈ ਸੀ। ਜੇ ਅਸੀਂ ਬ੍ਰਿਟੇਨ ਦੀ, ਗ੍ਰੇਟ ਬ੍ਰਿਟੇਨ ਦੀ ਗੱਲ ਕਰੀਏ ਤਾਂ ਉਹ 1783 ਤੋਂ 1802 ਦੇ ਪੀਰੀਅਡ ਦੇ ਵਿੱਚ ਉਹ ਟੇਕ ਆਫ ਸਟੇਜ ਵਿੱਚ ਸੀ। ਅਮੈਰੀਕਾ 1843 ਦੇ ਵਿੱਚ ਸੀ, ਜਰਮਨੀ 1850, ਰਸ਼ੀਆ 1890, ਕੈਨੇਡਾ 1896। ਅਤੇ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ 1952 ਦੇ ਵਿੱਚ ਜਿਹੜਾ ਹੈ ਟੇਕ ਆਫ ਸਟੇਜ ਵਿੱਚ ਗਿਆ ਹੈ। ਦੇਖੋ ਜੇ 80-90 ਸਾਲਾਂ ਦਾ ਜਿਹੜਾ ਡਿਫਰੈਂਸ ਹੈ ਉਹਦੇ ਵਿੱਚ ਇੰਡੀਆ ਹੈ ਜਿਹੜਾ ਉਹ ਟੇਕ ਆਫ ਸਟੇਜ ਵਿੱਚ ਗਿਆ, ਤਾਂ ਅਸੀਂ ਉਨੇ ਕੀ ਸਾਲ ਇਹਨਾਂ ਕੰਟਰੀਜ਼ ਤੋਂ ਪਿੱਛੇ ਹੋਵਾਂਗੇ ਹੀ ਹੋਵਾਂਗੇ। ਹੁਣ ਹੈ ਸਾਡੇ ਕੋਲ ਕੰਡੀਸ਼ਨਸ ਆਫ ਦੀ ਟੇਕ ਆਫ ਸਟੇਜ, ਕਿ ਟੇਕ ਆਫ ਸਟੇਜ ਦੇ ਵਿੱਚ ਸਾਡੇ ਕੋਲ ਕਿਹੜੀਆਂ ਕਿਹੜੀਆਂ ਕੰਡੀਸ਼ਨਸ ਆਉਂਦੀਆਂ ਨੇ ਜਾਂ ਕਿ ਕਦੋਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਟੇਕ ਆਫ ਸਟੇਜ ਵਿੱਚ ਆ। ਫਸਟ ਹੈ ਰੇਟ ਆਫ ਇਨਵੈਸਟਮੈਂਟ ਓਵਰ 10%। ਇਸ ਸਟੇਜ ਦੇ ਵਿੱਚ ਜਿਹੜਾ ਗਰੋਥ ਰੇਟ ਆਫ ਨੈਸ਼ਨਲ ਇਨਕਮ ਹੈ ਉਹ ਗਰੋਥ ਰੇਟ ਆਫ ਪਾਪੂਲੇਸ਼ਨ ਤੋਂ ਵੱਧ ਹੋਣਾ ਚਾਹੀਦਾ ਹੈ। ਮਤਲਬ ਜਿਹੜੀ ਪਰ ਕੈਪੀਟਾ ਇਨਕਮ ਹੈ ਉਹ ਹਾਈ ਲੈਵਲ ਦੇ ਉੱਤੇ ਸਟੈਬਲਾਈਜ਼ਡ ਹੋਣੀ ਚਾਹੀਦੀ ਹੈ। ਸੋ ਇਸ ਪੁਆਇੰਟ ਆਫ ਵਿਊ ਤੋਂ ਜਿਹੜਾ ਅਸੀਂ ਕਹਿੰਦੇ ਹਾਂ ਕਿ ਰੇਟ ਆਫ ਇਨਵੈਸਟਮੈਂਟ ਹੈ ਉਹ GNP ਦਾ 10% ਤੋਂ ਉੱਪਰ ਹੋਣਾ ਚਾਹੀਦਾ ਹੈ। ਨੈਕਸਟ ਹੈ ਡਿਵੈਲਪਮੈਂਟ ਆਫ ਦ ਲੀਡਿੰਗ ਸੈਕਟਰਸ। ਇਸ ਸਟੇਜ ਦੇ ਵਿੱਚ ਕੁਛ ਇੱਕ ਲੀਡਿੰਗ ਸੈਕਟਰਸ ਨੇ ਜਿਹੜੇ ਉਹ ਡਿਵੈਲਪ ਹੁੰਦੇ ਨੇ। ਰੋਸਟੋ ਨੇ ਜਿਹੜਾ ਹੈ ਇਹਨਾਂ ਸੈਕਟਰਸ ਨੂੰ ਡਿਵਾਈਡ ਕੀਤਾ ਹੈ 3 ਪਾਰਟਸ ਦੇ ਵਿੱਚ: ਪ੍ਰਾਇਮਰੀ ਗਰੋਥ ਸੈਕਟਰ, ਸਪਲੀਮੈਂਟਰੀ ਅਤੇ ਡਿਰਾਈਵਡ ਗਰੋਥ ਸੈਕਟਰ। ਪ੍ਰਾਇਮਰੀ ਗਰੋਥ ਸੈਕਟਰ ਦੇ ਵਿੱਚ ਨਵੀਆਂ ਇਨੋਵੇਸ਼ਨਸ, ਟੈਕਨੀਕਸ ਆਫ ਪ੍ਰੋਡਕਸ਼ਨ, ਇਹਨਾਂ ਸਭ ਦੇ ਰੇਟ ਆਫ ਗਰੋਥ ਵਧਣੇ ਸ਼ੁਰੂ ਹੋ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਟੈਕਸਟਾਈਲ ਇੰਡਸਟਰੀ ਦੀ ਗੱਲ ਕੀਤੀ ਇੰਗਲੈਂਡ ਦੀ, ਕਿ ਉਹ ਪ੍ਰਾਇਮਰੀ ਗਰੋਥ ਸੈਕਟਰ ਸੀ। ਇਸ ਤੋਂ ਬਾਅਦ ਜਿਹੜਾ ਹੈ ਇੰਗਲੈਂਡ ਹੈ ਜਾਂ ਗ੍ਰੇਟ ਬ੍ਰਿਟੇਨ ਜਿਹਨੂੰ ਅਸੀਂ ਕਹਿੰਦੇ ਹਾਂ, ਉੱਥੇ ਇੰਡਸਟਰੀਲਾਈਜੇਸ਼ਨ ਦੀ ਸੀਕੁਐਂਸ ਮਤਲਬ ਉਹਦੀ ਪ੍ਰੋਸੈਸ ਹੈ ਉਹ ਸਟਾਰਟ ਹੋ ਗਈ ਸੀ। ਨੈਕਸਟ ਹੈ ਸਪਲੀਮੈਂਟਰੀ ਗਰੋਥ ਸੈਕਟਰ। ਇਸ ਸੈਕਟਰ ਦੀ ਜਿਹੜੀ ਗਰੋਥ ਹੈ ਉਹ ਲਿੰਕ ਕਰਦੀ ਹੈ ਵਿਦ ਦੀ ਅਦਰ ਸੈਕਟਰਸ ਆਫ ਦੀ ਇਕੋਨਮੀ ਲਾਈਕ ਰੇਲਵੇਜ਼, ਕੋਲ, ਆਇਰਨ ਐਂਡ ਇੰਜੀਨੀਅਰਿੰਗ ਐਂਟਰਪ੍ਰਾਈਜ਼ਸ। ਫਿਰ ਆ ਜਾਂਦੀ ਹੈ ਡਿਰਾਈਵਡ ਗਰੋਥ ਸੈਕਟਰ। ਇਹ ਉਹ ਸੈਕਟਰ ਹੈ ਜਿਹੜਾ ਆਪਣੀ ਗਰੋਥ ਹੈ ਉਹ ਅਦਰ ਸੈਕਟਰਸ ਆਫ ਦਾ ਇਕੋਨਮੀ ਤੋਂ ਲੈਂਦਾ ਹੈ। ਇਹਦੇ ਵਿੱਚ ਇਨਕਰੀਜ਼ਡ ਨੈਸ਼ਨਲ ਇਨਕਮ ਆਉਂਦੀ ਹੈ, ਜਿਹਦੇ ਨਾਲ ਜਿਹੜੀ ਇਨਕਰੀਜ਼ ਡਿਮਾਂਡ ਫॉर ਰੈਫਰੀਜਰੇਟਰਸ, LED, TVs ਐਕਸੈਟਰਾ ਆ ਜਾਂਦੀ ਹੈ। ਨੈਕਸਟ ਹੈ ਸੋਸ਼ਲ ਐਂਡ ਪੋਲੀਟੀਕਲ ਫਰੇਮਵਰਕ। ਅਨਦਰ ਕੰਡੀਸ਼ਨ ਹੈ ਟੇਕ ਆਫ ਦੀ ਕਿ ਜਿਹੜਾ ਸੋਸ਼ਲ ਅਤੇ ਪੋਲੀਟੀਕਲ ਫਰੇਮਵਰਕ ਹੈ ਕੰਟਰੀ ਦਾ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਮਾਡਰਨ ਅਤੇ ਹੈਵੀ ਇੰਡਸਟਰੀਜ਼ ਦੀ ਗਰੋਥ ਹੋ ਸਕੇ। ਇਹਦੇ ਨਾਲ ਸਟੈਬਲਾਈਜੇਸ਼ਨ ਆਫ ਦੀ ਗਰੋਥ ਪ੍ਰੋਸੈਸ ਹੈ ਜਿਹੜੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਡੋਮੈਸਟਿਕ ਕੈਪੀਟਲ ਫਾਰਮੇਸ਼ਨ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ। ਬੇਟਾ ਡਾਇਗਰਾਮ ਦਿਖ ਰਹੀ ਹੋਣੀ ਹੈ ਤੁਹਾਡੇ ਕੋਲ। ਇੱਥੇ OX ਐਕਸਿਸ 'ਤੇ ਅਸੀਂ ਨੈਸ਼ਨਲ ਇਨਕਮ ਲਈ ਹੈ, ਨੈਸ਼ਨਲ ਇਨਕਮ ਦੀ ਗਰੋਥ ਵਿਦ ਰਿਸਪੈਕਟ ਟੂ ਚੇਂਜ ਇਨ ਇਨਵੈਸਟਮੈਂਟ। ਜਿਹੜਾ ਸਾਈਡ 'ਤੇ ਅਸੀਂ ਜਿਹੜਾ ਹੈ ਉਹ ਲਈ ਹੈ ਸੇਵਿੰਗ, ਨੈਟ ਇਨਵੈਸਟਮੈਂਟ ਜਾਂ ਕੈਪੀਟਲ ਦੀਆਂ ਕਰਵਸ, ਠੀਕ ਹੈ। OS ਹੈ ਉਹ ਸੇਵਿੰਗ ਦੀ ਕਰਵ ਹੈ। K1Y1 ਅਤੇ K2Y2 ਦਿਖ ਰਹੀਆਂ ਨੇ ਬੇਟਾ। ਕੈਪੀਟਲ ਆਊਟਪੁੱਟ ਰੇਸ਼ੋ ਹੈ, ਮਤਲਬ ਕੈਪੀਟਲ ਲਗਾਉਣ ਦੇ ਨਾਲ ਜੇ ਅਸੀਂ OK1 ਜਿਹੜੀ OY1 ਨੇ ਅਸੀਂ ਕੈਪੀਟਲ ਲਗਾਈਏ ਤਾਂ ਉਹਦੇ ਨਾਲ ਸਾਨੂੰ OK1 ਕੈਪੀਟਲ ਆਈ ਹੈ। ਜਦੋਂ ਮੋਰ ਨੈਸ਼ਨਲ ਇਨਕਮ, ਮੋਰ ਕੈਪੀਟਲ ਲਗਾਵਾਂਗੇ OY2 ਤਾਂ ਮੋਰ OK2 ਆਊਟਪੁੱਟ ਹੈ ਜਿਹੜੀ ਉਹ ਆਊਗੀ। ਸੋ ਦੋਨੋਂ ਕਰਵਸ ਨੇ ਜਿਹੜੀਆਂ ਇਹ ਪੈਰਲਲ ਕਰਵਸ ਨੇ। ਪੈਰਲਲ ਕਰਵਸ ਦਾ ਮਤਲਬ ਹੈ ਇੱਥੇ ਕੈਪੀਟਲ ਆਊਟਪੁੱਟ ਰੇਸ਼ੋ ਸਾਡੇ ਕੋਲ ਕੌਨਸਟੈਂਟ ਹੋਊਗੀ, ਠੀਕ ਹੈ।
ਸੋ ਅਸੀਂ ਰੇਸ਼ੋ ਕਿਵੇਂ ਲਵਾਂਗੇ, OK1 ਡਿਵਾਈਡਡ ਬਾਈ OY1 ਇਜ਼ ਇਕੁਅਲ ਟੂ OK2 ਡਿਵਾਈਡਡ ਬਾਈ OY2। ਕੌਂਸਟੈਂਟ ਕੈਪੀਟਲ ਆਊਟਪੁੱਟ ਰੇਸ਼ੋ ਐਗਜ਼ਿਸਟ ਕਰਦੀ ਹੈ। ਫਿਰ ਆਪਣੇ ਕੋਲੇ M1Y1 ਦਿਖ ਰਿਹਾ ਹੋਊਗਾ, M1Y1 ਠੀਕ ਹੈ। M1Y1 ਕੀ ਹੈ ਬੇਟਾ ਤੁਹਾਡੇ ਕੋਲੇ ਕੈਪੀਟਲ, ਜੇ ਆਪਾਂ ਦੇਖੀਏ ਦੇਖੋ OI1 ਇਨਵੈਸਟਮੈਂਟ ਦੇ ਇਕੁਅਲ ਸ਼ੋ ਹੋ ਰਿਹਾ ਹੈ। ਇਹ M1Y1 ਹੈ ਨਾ, ਇਹ OI1 ਇਨਵੈਸਟਮੈਂਟ ਮਤਲਬ ਜਦੋਂ ਅਸੀਂ OI1 ਇਨਵੈਸਟਮੈਂਟ ਕਰਦੇ ਹਾਂ ਤਾਂ ਉਹਦੇ ਨਾਲ ਸਾਡੀ ਕੈਪੀਟਲ ਕਿੰਨੀ ਵੱਧ ਜਾਂਦੀ ਹੈ, OY1। ਤਾਂ ਇੱਥੇ ਅਗਰ ਅਸੀਂ ਮਾਰਜਨਲ ਕੈਪੀਟਲ ਆਊਟਪੁੱਟ ਰੇਸ਼ੋ ਲੈਂਦੇ ਹਾਂ ਕਿ ਕੈਪੀਟਲ ਲਾਉਣ ਨਾਲ ਸਾਨੂੰ ਕਿੰਨੀ ਕੈਪੀਟਲ ਆਊਟਪੁੱਟ ਵਧੀ ਹੈ, ਤਾਂ M1Y1 ਦੇ ਨਾਲ Y1Y2 ਇਨਕਮ ਦੇ ਵਿੱਚ ਇਨਕਰੀਜ਼ ਆਉਂਦੀ ਹੈ। ਜਦੋਂ ਅਸੀਂ M2Y2 ਲਾਵਾਂਗੇ ਮਤਲਬ OI2 ਮਤਲਬ OI2 ਇਨਕਮ ਲਗਾਵਾਂਗੇ ਅਤੇ OI2 ਇਨਵੈਸਟਮੈਂਟ ਹੈ ਉਹ ਆ ਜੂਗੀ, ਤਾਂ ਸਾਡੇ ਕੋਲ ਕੀ ਹੋ ਜੂਗੀ, ਜਿਹੜੀ ਮਾਰਜਨ ਕੈਪੀਟਲ ਆਊਟਪੁੱਟ ਰੇਸ਼ੋ ਹੈ M2Y2 ਹੋ ਜੂਗੀ। ਉਹਦੇ ਨਾਲ ਸਾਡੀ ਜਿਹੜੀ ਨੈਸ਼ਨਲ ਇਨਕਮ ਹੈ ਉਹ ਕਿੰਨੀ ਇਨਕਰੀਜ਼ ਹੋ ਜੂਗੀ, Y2Y3 ਹੋ ਜੂਗੀ। ਸੋ ਪ੍ਰੀ ਟੇਕ ਆਫ ਸਟੇਜ ਦੇ ਵਿੱਚ ਲੋਕ ਨੇ ਬਹੁਤ ਥੋੜ੍ਹਾ ਸੇਵ ਕਰਦੇ ਨੇ, ਇਸ ਕਰਕੇ ਸੇਵਿੰਗ ਦੀ ਕਰਵ ਹੈ ਉਹ ਫਲੈਟ ਹੁੰਦੀ ਹੈ। ਤਾਂ ਕੈਪੀਟਲ ਆਊਟਪੁੱਟ ਰੇਸ਼ੋ ਵੈਰੀ ਹਾਈ ਹੋਣ ਕਰਕੇ ਕੈਪੀਟਲ ਆਊਟਪੁੱਟ ਰੇਸ਼ੋ ਸਟੀਪ ਜਿਹੜੀ ਹਾਈ ਹੋਣ ਕਰਕੇ ਕੈਪੀਟਲ ਆਊਟਪੁੱਟ ਰੇਸ਼ੋ ਕਰਵ ਹੈ ਜਿਹੜੀ ਉਹ ਸਾਡੀ ਸਟੀਪ ਹੋ ਜਾਂਦੀ ਹੈ। ਉਹਨਾਂ ਨੇ ਤੁਹਾਨੂੰ ਦਿਖਾਇਆ, ਕਹਿੰਦਾ ਜੇ ਫਸਟ ਪੀਰੀਅਡ ਦੇ ਵਿੱਚ ਅਸੀਂ ਕਹੀਏ ਕਿ ਮੇਰੀ OI1 ਨੈਟ ਇਨਵੈਸਟਮੈਂਟ ਹੈ ਤਾਂ ਮੇਰਾ ਕੈਪੀਟਲ ਸਟਾਕ ਹੈ ਜਿਹੜਾ ਉਹ ਸੈਕਿੰਡ ਟਾਈਮ ਪੀਰੀਅਡ ਦੇ ਵਿੱਚ ਵੱਧ ਕੇ ਕਿੰਨਾ ਹੋ ਜੂਗਾ, OY2 ਹੋ ਜੂਗਾ। ਮਤਲਬ ਮੈਨੂੰ Y1Y2 ਦੀ ਇਨਕਰੀਜ਼ ਇਨ ਇਨਕਮ ਆਊਗੀ। ਇਸੇ ਤਰੀਕੇ ਦੇ ਨਾਲ ਜਦੋਂ ਮੈਂ ਸੈਕਿੰਡ ਪੀਰੀਅਡ ਦੇ ਵਿੱਚ OI2 ਇਨਕਮ ਇਨਵੈਸਟਮੈਂਟ ਕਰੂੰਗੀ ਤਾਂ ਮੇਰੀ ਜਿਹੜੀ ਇਨਕਮ ਹੈ ਉਹ ਨੈਕਸਟ ਪੀਰੀਅਡ ਦੇ ਵਿੱਚ ਵੱਧ ਕੇ Y2Y3 ਵੱਧ ਕੇ OY3 ਹੋ ਜੂਗੀ। ਸੋ ਇਨਕਰੀਜ਼ ਇਨ ਇਨਵੈਸਟਮੈਂਟ ਇਨ ਪ੍ਰੀ ਟੇਕ ਆਫ ਸਟੇਜ ਹੈ ਜਿਹੜੀ ਉਹ ਇਕੋਨਮੀ ਨੂੰ ਟੇਕ ਆਫ ਸਟੇਜ 'ਚ ਲੈ ਜਾਂਦੀ ਹੈ। ਇਸ ਸਟੇਜ ਦੇ ਵਿੱਚ ਬਹੁਤ ਸਾਰੀਆਂ ਮੇਜਰ ਫੈਕਟਰਸ ਨੇ ਜਿਹੜੇ ਡਿਵੈਲਪਮੈਂਟ ਵਾਸਤੇ ਰਿਸਪੋਂਸੀਬਲ ਹੁੰਦੇ ਨੇ। ਸੋ ਕੈਪੀਟਲ ਆਊਟਪੁੱਟ ਰੇਸ਼ੋ ਫਾਲ ਕਰ ਜਾਂਦੀ ਹੈ M2Y2 ਅਪੋਨ Y2Y3। ਇਹਦੇ ਨਾਲ ਇਨਵੈਸਟਮੈਂਟ ਪੈਟਰਨ 'ਚ ਚੇਂਜ ਆਉਂਦੀ ਹੈ। ਕੈਪੀਟਲ ਆਊਟਪੁੱਟ ਰੇਸ਼ੋ ਮੋਰ ਫਲੈਟ ਹੋ ਜਾਂਦੀ ਹੈ M2Y3 M2Y3 ਦੀ ਸ਼ੇਪ ਲੈ ਲੈਂਦੀ ਹੈ। ਸੋ ਦ ਨੈਸ਼ਨਲ ਇਨਕਮ ਕਿੰਨੀ ਹੈ ਉਹ OY3 ਤੱਕ ਵੱਧ ਜਾਂਦੀ ਹੈ, ਜਿਹਦੇ ਨਾਲ ਇਨਵੈਸਟਮੈਂਟ ਹੋਰ ਵੱਧ ਜਾਂਦੀ ਹੈ OI3। ਦਿਸ ਇਜ਼ ਦ ਟੇਕ ਆਫ ਸਟੇਜ। ਮਤਲਬ ਜਿਵੇਂ ਜਿਵੇਂ ਇਨਕਮ ਲਾਈ ਜਾਂਦੇ ਬੇਟਾ ਉੱਦਾਂ ਉੱਦਾਂ ਇਨਵੈਸਟਮੈਂਟ ਵਧੀ ਜਾਂਦੀ ਹੈ, ਮਤਲਬ ਕੈਪੀਟਲ ਫਾਰਮੇਸ਼ਨ ਹੋ ਰਹੀ ਹੈ। ਸੋ ਇਨ ਸ਼ਾਰਟ ਟੇਕ ਆਫ ਸਟੇਜ ਦੇ ਵਿੱਚ ਪਾਵਰਫੁਲ ਸਟਿਮੂਲਸ ਜਿਹੜਾ ਹੈ ਉਹ ਆਉਂਦਾ ਹੈ ਅਤੇ ਗਰੋਥ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ ਵਿਦ ਦੀ ਟਰਾਂਸਫਰਮੇਸ਼ਨ ਆਫ ਦੀ ਪੋਲੀਟੀਕਲ ਸੋਸ਼ਲ ਫਰੇਮਵਰਕ। ਇਸ ਤੋਂ ਬਾਅਦ ਆਪਾਂ ਇਹਦੀਆਂ ਬੇਟਾ ਕਰੈਕਟਰਿਸਟਿਕਸ ਕਰਾਂਗੇ। ਉੱਪਰ ਆਪਣੇ ਕੋਲ ਸੀਗੇ ਕੰਡੀਸ਼ਨਸ ਕਿ ਟੇਕ ਆਫ ਸਟੇਜ ਵਿੱਚ ਜਾਣ ਵਾਸਤੇ ਸਾਡੇ ਕੋਲ ਇਹ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਨੇ। ਨੈਕਸਟ ਆਪਣੇ ਕੋਲ ਹੈਗੀਆਂ ਨੇ ਕਰੈਕਟਰਿਸਟਿਕਸ, ਕੀ ਫੀਚਰਸ ਕੀ ਨੇ ਟੇਕ ਆਫ ਸਟੇਜ ਦੇ। ਇਸ ਸਟੇਜ ਦੇ ਵਿੱਚ ਜਿਹੜੇ ਪ੍ਰੋਫਿਟਸ ਨੇ ਉਹਨਾਂ ਨੂੰ ਅਸੀਂ ਦੁਬਾਰਾ ਤੋਂ ਇਨਵੈਸਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਬਿਜ਼ਨਸ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੰਦੇ ਹਾਂ। ਸੈਕਿੰਡ ਹੈ ਫੋਰਨ ਟਰੇਡ। ਫੋਰਨ ਟਰੇਡ ਹੈ ਜਿਹੜੀ ਉਹ ਰੇਟ ਆਫ ਇਨਵੈਸਟਮੈਂਟ ਨੂੰ ਇਨਕਰੀਜ਼ ਕਰਦੀ ਹੈ। ਮਿਨਰਲਸ ਅਦਰ ਨੈਚੁਰਲ ਰਿਸੋਰਸਿਸ ਦੀ ਐਕਸਪੋਰਟ ਵੱਧ ਜਾਂਦੀ ਹੈ ਅਤੇ ਰੈਵਨਿਊ ਹੈ ਜਿਹੜਾ ਔਨ ਦੀ ਇੰਪੋਰਟ ਆਫ ਪਲਾਂਟ ਐਂਡ ਇਕਵਿਪਮੈਂਟ ਉਹ ਵੀ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਰਕੀਟ ਦੇ ਵਿੱਚ ਜਿਹੜੀ ਡਿਮਾਂਡਸ ਨੇ ਉਹ ਇਨਕਰੀਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ, ਇੰਡਿਊਸਮੈਂਟ ਟੂ ਇਨਵੈਸਟਮੈਂਟ ਵੱਧ ਜਾਂਦੀ ਹੈ। ਇੰਡਸਟਰੀਅਲ ਐਕਸਪੈਂਸ਼ਨ ਦੇ ਨਾਲ ਨਾਲ ਮੋਰ ਇੰਪਲੋਇਮੈਂਟ ਅਪੋਰਚੁਨਿਟੀਜ਼ ਨੇ ਜਿਹੜੀਆਂ ਉਹ ਜਨਰੇਟ ਹੋ ਜਾਂਦੀਆਂ ਨੇ। ਨੈਕਸਟ ਹੈ ਅਵੇਲੇਬਿਲਿਟੀ ਆਫ ਕੈਪੀਟਲ। ਇਸ ਸਟੇਜ ਦੇ ਵਿੱਚ ਜਿਹੜੀ ਕੈਪੀਟਲ ਹੈ ਉਹ ਡਿਫਰੈਂਟ ਚੈਨਲਸ ਤੋਂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਨਕਮ ਦੀ ਰੀਡਿਸਟਰੀਬਿਊਸ਼ਨ ਹੈ, ਪ੍ਰੋਫਿਟਸ ਰੀਇਨਵੈਸਟ ਹੁੰਦੇ ਨੇ ਅਤੇ ਮੋਨੀਟਰੀ ਅਤੇ ਫਿਸਕਲ ਸਟਰਕਚਰ ਹੈ ਜਿਹੜਾ ਇਕੋਨਮੀ ਦਾ ਉਹ ਚੇਂਜ ਹੋ ਜਾਂਦਾ ਹੈ। ਸੋ ਹਾਊਸ ਹੋਲਡ ਸੇਵਿੰਗਸ ਨੂੰ ਇੰਨੀਆਂ ਕੁ ਐਨਕਰੇਜ ਹੁੰਦੀਆਂ ਨੇ ਕਿ ਇਨਵੈਸਟਮੈਂਟ ਪਰਪਸਿਸ ਵਾਸਤੇ ਅਸੀਂ ਉਹਨਾਂ ਨੂੰ ਐਨਕਰੇਜ ਕਰ ਲੈਂਦੇ ਹਾਂ। ਨੈਕਸਟ ਹੈ ਇੰਪੋਰਟ ਆਫ ਕੈਪੀਟਲ। ਕੈਪੀਟਲ ਦੀ ਇੰਪੋਰਟ ਹੈ ਜਿਹੜੀ ਉਹ ਇੰਸਟਰੂਮੈਂਟਲ ਵੇਰੀਏਬਲ ਹੈ, ਮੇਨ ਵੇਰੀਏਬਲ ਹੈ ਇਨ ਦ ਸਟੇਜ ਆਫ ਗਰੋਥ। ਹਾਵਰ ਇਹ ਜ਼ਰੂਰੀ ਨਹੀਂ ਹੈਗਾ ਕਿ ਇਹ ਉਹਦੀ ਐਸੈਂਸ਼ੀਅਲ ਪ੍ਰੋਪਰਟੀ ਹੀ ਹੋਣੀ ਚਾਹੀਦੀ ਹੈ। ਕੁਝ ਇੱਕ ਐਗਜ਼ਾਮਪਲਸ ਨੇ ਜਾਪਾਨ, ਇੰਗਲੈਂਡ ਦੇ, ਜਿਹੜੇ ਕਿ ਟੇਕ ਆਫ ਸਟੇਜ ਦੇ ਵਿੱਚ ਚਲੇ ਗਏ ਸੀ ਪਰ ਉਹਨਾਂ ਨੇ ਬਾਹਰੋਂ ਕੋਈ ਵੀ ਕੈਪੀਟਲ ਨਹੀਂ ਸੀ ਮੰਗਵਾਈ। ਇਹ ਇੱਕ ਜ਼ਰੂਰੀ ਫੀਚਰ ਨਹੀਂ ਹੈ, ਠੀਕ ਹੈ। ਦੈਨ ਟੈਕਨੀਕਲ ਡਿਵੈਲਪਮੈਂਟ, ਨਵੀਆਂ ਟੈਕਨੀਕਸ ਆਫ ਪ੍ਰੋਡਕਸ਼ਨ ਨੇ ਜਿਹੜੀਆਂ ਐਗਰੀਕਲਚਰ ਅਤੇ ਇੰਡਸਟਰੀਅਲ ਆਪਰੇਸ਼ਨ ਵਿੱਚ ਲਾਈਆਂ ਜਾਂਦੀਆਂ ਨੇ। ਐਗਰੀਕਲਚਰ ਇੱਥੇ ਕਮਰਸ਼ਲਾਈਜ਼ਡ ਹੁੰਦੀ ਹੈ। ਫਾਰਮਰਸ ਨੇ ਜਿਹੜੇ ਉਹ ਨਵੇਂ ਤਰੀਕੇ ਦੀਆਂ ਜਿਹੜੀਆਂ ਟੈਕਨੀਕਸ ਨੇ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਲੈਂਦੇ ਨੇ। ਦੈਨ ਗਵਰਨਮੈਂਟ ਪੋਲਿਸੀ ਸਟੇਜ ਦੇ ਵਿੱਚ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਗਵਰਨਮੈਂਟ ਟੈਕਨੋਲੋਜੀਕਲ ਰਿਸਰਚ ਟ੍ਰੇਨਿੰਗ ਨੂੰ ਯੂਜ਼ ਕਰਦੀ ਹੈ ਫॉर द ਇੰਪਰੂਵਡ ਪ੍ਰੋਡਕਸ਼ਨ ਮੈਥਡਸ। ਨਵੇਂ ਐਂਟਰਪ੍ਰੀਨਰਸ ਐਨਕਰੇਜ ਹੁੰਦੇ ਨੇ, ਇਨਵੈਸਟਮੈਂਟ ਪ੍ਰਮੋਟ ਹੁੰਦੀ ਹੈ।
ਸੋ ਇਨ ਸ਼ਾਰਟ ਇਸ ਸਟੇਜ ਦੇ ਵਿੱਚ ਇਕਨੋਮਿਕ ਗਰੋਥ ਦੇ ਵਿੱਚ ਸੋਸ਼ਲ ਪੋਲੀਟੀਕਲ ਅਤੇ ਇੰਸਟੀਟਿਊਸ਼ਨਲ ਚੇਂਜਸ ਇੱਥੇ ਤੱਕ ਦੀਆਂ ਹੁੰਦੀਆਂ ਨੇ ਕਿ ਡਿਮਾਂਡ ਇਨਵੈਸਟਮੈਂਟ ਅਤੇ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆਉਂਦੀ ਹੈ। ਸੇਵਿੰਗ ਹੈ ਜਿਹੜੀ ਉਹ ਪੋਟੈਂਸ਼ੀਅਲੀ ਫਰਦਰ ਇਨਕਰੀਜ਼ ਹੋ ਜਾਂਦੀ ਹੈ ਤਾਂ ਕਿ ਰੇਟ ਆਫ ਇਨਵੈਸਟਮੈਂਟ ਇਨਕਰੀਜ਼ ਹੋ ਸਕੇ। ਠੀਕ ਹੈ ਬੇਟਾ। ਸੋ ਹੁਣ ਤੱਕ ਤੁਹਾਡੇ ਲਈ ਇਹੀ, ਨੈਕਸਟ ਲੈਕਚਰ ਦੇ ਵਿੱਚ ਆਪਾਂ ਨੈਕਸਟ ਸਟੇਜ ਕਰਾਂਗੇ ਸੈਲਫ ਸਸਟੇਨਡ ਸਟੇਜ ਔਰ ਦਾ ਡਰਾਈਵ ਟੂ ਮੈਚੋਰਿਟੀ। ਟਿਲ ਦੈਨ ਗੁੱਡ ਬਾਏ।